सत श्री अकाल दोस्तों, स्वागत है ਤੁਹਾਡੇ ਆਪਣੇ ਚੈਨਲ ਪੀਵੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਇੱਕ 80 ਸਾਲਾ ਬੁੱਢਾ ਵਿਅਕਤੀ ਆਪਣੀ 16 ਸਾਲਾ ਪਤਨੀ ਕੋਲ ਜਾਣ ਤੋਂ ਪਹਿਲਾਂ ਜੂਸ ਦਾ ਗਲਾਸ ਕਿਉਂ ਪੀਂਦਾ ਸੀ, ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮੇਰਾ ਨਾਮ ਮੀਨਾ ਹੈ। ਮੈਂ 8 ਬੱਚਿਆਂ ਵਿੱਚੋਂ ਇੱਕ ਸੀ ਅਤੇ ਮੇਰੇ ਪਿਤਾ ਨੇ ਬੱਚਿਆਂ ਨੂੰ ਪਾਲਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਸਾਡੇ ਘਰ ਵਿੱਚ ਇੰਨੀ ਗਰੀਬੀ ਸੀ ਕਿ ਕਈ ਵਾਰ ਸਾਨੂੰ ਭੁੱਖਾ ਰਹਿਣਾ ਪੈਂਦਾ ਸੀ। ਇਹ ਗਰੀਬੀ ਨੂੰ ਦੇਖਦੇ ਦੇਖਦੇ ਮੈਂ ਜਵਾਨ ਹੋ ਗਈ ਸੀ। ਮੈਂ ਸੋਚਦੀ ਸੀ ਕਿ ਮੇਰੇ ਮਾਤਾ ਪਿਤਾ ਕੋਲ ਮੇਰਾ ਵਿਆਹ ਕਰਨ ਲਈ ਪੈਸੇ ਵੀ ਨਹੀਂ ਹਨ। ਸ਼ਾਇਦ ਮੈਨੂੰ ਸਾਰੀ ਉਮਰ ਇੱਥੇ ਇਸ ਹਾਲਤ ਵਿੱਚ ਰਹਿਣਾ ਪਵੇਗਾ। ਮੈਨੂੰ ਸਾਰੀ ਉਮਰ ਘਰ ਬੈਠਾ ਕੇ ਰੱਖਣਗੇ। ਇੱਕ ਦਿਨ ਮੇਰੇ ਪਿਤਾ ਜੀ ਨੇ ਘਰ ਆ ਕੇ ਮੈਨੂੰ ਦੱਸਿਆ ਕਿ ਉਹਨਾਂ ਨੇ ਮੇਰਾ ਰਿਸ਼ਤਾ ਅਗਲੀ ਗਲੀ ਵਿੱਚ ਜੋ ਰਾਸ਼ਨ ਵਿਕਰੇਤਾ ਹੈ ਉਸ ਨਾਲ ਕਰ ਦਿੱਤਾ ਹੈ। ਇਹ ਸੁਣ ਕੇ ਮੇਰੀ ਚੀਕ ਨਿਕਲ ਗਈ। ਮੈਂ ਗਰੀਬ ਜ਼ਰੂਰ ਸੀ, ਪਰ ਇੱਕ ਕੁੜੀ ਸੀ। ਮੇਰੇ ਪਤੀ ਨੂੰ ਲੈ ਕੇ ਕੁਝ ਅਰਮਾਨ ਸਨ। ਮੈਂ ਚਾਹੁੰਦੀ ਸੀ ਕਿ ਮੇਰਾ ਪਤੀ ਸੁੰਦਰ ਅਤੇ ਅਮੀਰ ਹੋਵੇ, ਪਰ ਮੇਰੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਉਹ ਰਾਸ਼ਨ ਵੇਚਣ ਵਾਲਾ ਮੇਰੇ ਨਾਲੋਂ ਉਮਰ ਵਿੱਚ ਕਾਫੀ ਵੱਡਾ ਸੀ ਅਤੇ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਸ ਦੇ 4 ਬੱਚੇ ਵੀ ਸਨ ਅਤੇ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਸ ਨੇ ਦੂਸਰਾ ਵਿਆਹ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਕੋਈ ਵੀ ਉਸ ਨੂੰ ਲੜਕੀ ਦੇਣ ਲਈ ਤਿਆਰ ਨਹੀਂ ਸੀ। ਉਹਦਾ ਮੇਰੇ ਪਿਤਾ ਨੇ ਬਹੁਤ ਸਾਰਾ ਕਰਜ਼ਾ ਦੇਣਾ ਸੀ ਅਤੇ ਜੇਕਰ ਮੈਂ ਉਸ ਨਾਲ ਵਿਆਹ ਕਰਵਾ ਲਿਆ ਤਾਂ ਉਹ ਕਰਜ਼ਾ ਮਾਫ ਹੋ ਸਕਦਾ ਸੀ। ਇਸ ਲਈ ਮੇਰੇ ਮਾਤਾ ਪਿਤਾ ਤੁਰੰਤ ਵਿਆਹ ਲਈ ਰਾਜੀ ਹੋ ਗਏ। ਮੈਂ ਸਿਰਫ 18 ਸਾਲ ਦੀ ਸੀ ਅਤੇ ਉਹ 40 ਸਾਲਾਂ ਦਾ ਸੀ, ਪਰ ਮੇਰੇ ਮਾਤਾ ਪਿਤਾ ਦਾ ਇੰਨੇ ਖੁਸ਼ ਹੋ ਰਹੇ ਸਨ ਕਿ ਜਿਵੇਂ ਮੇਰੇ ਲਈ ਰਾਜਕੁਮਾਰ ਦਾ ਰਿਸ਼ਤਾ ਆਇਆ ਹੋਵੇ। ਉਹਨਾਂ ਨੇ ਜ਼ਬਰਦਸਤੀ ਮੇਰਾ ਵਿਆਹ ਕਰਵਾ ਦਿੱਤਾ। ਉਸ ਦਾ ਨਾਮ ਅਮਿਤ ਸੀ। ਉਹ ਇੰਨਾ ਅਮੀਰ ਨਹੀਂ ਸੀ, ਪਰ ਉਸ ਦਾ ਘਰ ਸਾਡੇ ਘਰ ਤੋਂ ਠੀਕ ਸੀ। ਖਾਣ ਪੀਣ ਲਈ ਬਹੁਤ ਕੁਝ ਸੀ। ਉਸ ਦੀਆਂ 2 ਰਾਸ਼ਨ ਦੀਆਂ ਦੁਕਾਨਾਂ ਅਤੇ ਆਪਣਾ ਘਰ ਸੀ। ਮੈਂ ਉਸ ਨੂੰ ਆਪਣਾ ਪਤੀ ਮੰਨਣ ਲਈ ਮਜਬੂਰ ਸੀ। ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉਸ ਦੇ 3 ਲੜਕੇ ਅਤੇ 1 ਲੜਕੀ ਸੀ। ਜਾਂਦੇ ਸਾਰ ਹੀ ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਪਤੀ ਨੂੰ ਆਪਣੇ ਕਬਜ਼ੇ ਵਿੱਚ ਰੱਖਣਾ ਹੈ ਤਾਂ ਜੋ ਉਹ ਮੇਰੀਆਂ ਸਾਰੀਆਂ ਗੱਲਾਂ ਮੰਨ ਲੈਣ। ਮੈਂ ਕੋਸ਼ਿਸ਼ ਕਰਦੀ ਕਿ ਉਹ ਆਪਣੇ ਬੱਚਿਆਂ ਨੂੰ ਘੱਟ ਹੀ ਮਿਲਣ। ਇਸ ਕਾਰਨ ਮੈਂ ਉਹਨਾਂ ਨੂੰ ਜਲਦੀ ਹੀ ਸਕੂਲ ਭੇਜ ਦਿੰਦੀ ਅਤੇ ਉਸ ਦੇ ਆਉਣ ਤੋਂ ਪਹਿਲਾਂ ਰਾਤ ਨੂੰ ਜਲਦੀ ਹੀ ਸੁਆ ਦਿੰਦੀ। ਮੈਂ ਉਸ ਦੇ ਬੱਚਿਆਂ ਨੂੰ ਆਪਣੇ ਅਧੀਨ ਰੱਖਿਆ ਸੀ। ਉਹ ਮੇਰੇ ਤੋਂ ਪੁੱਛੇ ਬਿਨਾਂ ਕੁਝ ਨਹੀਂ ਕਰਦੇ ਸਨ। ਮੇਰੇ ਪਤੀ ਦੇ 4 ਬੱਚੇ ਸਨ, ਪਰ ਉਹ ਅਜੇ ਵੀ ਜਵਾਨ ਸੀ। ਉਹ ਰੋਜ਼ ਰਾਤ ਨੂੰ ਕੇਸਰ ਅਤੇ ਬਦਾਮ ਵਾਲਾ ਦੁੱਧ ਪੀਂਦੇ ਸਨ ਅਤੇ ਕਹਿੰਦੇ ਸਨ ਕਿ ਇਸ ਨਾਲ ਜਿਸਮ ਦੀ ਤਾਕਤ ਵੱਧਦੀ ਹੈ। ਉਸ ਦੀ ਛੋਟੀ ਧੀ 2 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਹੋਇਆ। ਮੈਂ ਉਸ ਨੂੰ ਪਾਲਿਆ। ਉਸ ਦੇ 3 ਪੁੱਤਰ ਵੱਡੇ ਹੋ ਗਏ ਸਨ। ਹੁਣ ਮੈਂ ਚਾਹੁੰਦੀ ਸੀ ਮੈਂ ਜਲਦੀ ਗਰਭਵਤੀ ਹੋ ਜਾਵਾਂ, ਪਰ ਮੈਨੂੰ ਇਹ ਖੁਸ਼ੀ ਨਹੀਂ ਮਿਲ ਰਹੀ ਸੀ ਜਿੰਨੀ ਛੇਤੀ ਮੈਂ ਮਾਂ ਬਣਨਾ ਚਾਹੁੰਦੀ ਸੀ। ਮੇਰੇ ਵਿਆਹ ਨੂੰ 4 ਸਾਲ ਹੋ ਗਏ ਸਨ ਅਤੇ ਇਹਨਾਂ 4 ਸਾਲਾਂ ਵਿੱਚ ਮੈਂ ਉਸ ਦੇ ਬੱਚਿਆਂ ਨੂੰ ਪਾਲਣ ਵਿੱਚ ਲਗਾ ਦਿੱਤੇ ਸੀ। ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਬਾਂਝ ਹਾਂ, ਮੈਂ ਮਾਂ ਨਹੀਂ ਬਣ ਸਕਦੀ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਅਤੇ ਸੋਚਣ ਲੱਗੀ ਕਿ ਹੁਣ ਮੇਰਾ ਕੋਈ ਬੱਚਾ ਨਹੀਂ ਹੋਵੇਗਾ ਅਤੇ ਦੁਕਾਨ ਦਾ ਮਾਲਕ ਉਸ ਦਾ ਆਪਣਾ ਪੁੱਤਰ ਹੋਵੇਗਾ। ਇਸ ਤਰ੍ਹਾਂ ਕੁਝ ਸਾਲ ਬੀਤ ਗਏ। ਮੇਰੇ ਪਤੀ ਦੇ ਦੋਵੇਂ ਪੁੱਤਰ ਵਿਦੇਸ਼ ਪੜ੍ਹਨ ਗਏ। ਉਸ ਦੀ ਧੀ ਵੀ ਹੁਣ ਵੱਡੀ ਹੋ ਚੁੱਕੀ ਸੀ। ਮੇਰੇ ਪਤੀ ਕਹਿੰਦੇ ਸਨ ਕਿ ਉਹ ਆਪਣੀ ਧੀ ਨੂੰ ਬਹੁਤ ਪੜ੍ਹਾ ਕੇ ਕਿਸੇ ਚੰਗੇ ਅਹੁਦੇ ਤੇ ਪਹੁੰਚਾਏਗਾ। ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੀ ਰਹਿੰਦੀ, ਕਿਉਂਕਿ ਜਦੋਂ ਤੋਂ ਮੈਨੂੰ ਪਤਾ ਲੱਗਾ ਕਿ ਮੈਂ ਬਾਂਝ ਹਾਂ, ਮੈਂ ਉਹਨਾਂ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝਣ ਲੱਗ ਪਈ। ਪਰ ਮੈਨੂੰ ਨਹੀਂ ਪਤਾ ਸੀ ਮੇਰੀ ਜ਼ਿੰਦਗੀ ਬਰਬਾਦ ਕਰਨ ਵਿੱਚ ਮੇਰੇ ਪਤੀ ਦਾ ਹੱਥ ਸੀ। ਇੱਕ ਦਿਨ ਉਹ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ। ਮੈਂ ਉਸ ਸਮੇਂ ਘਰ ਆਈ। ਮੈਂ ਕਮਰੇ ਵਿੱਚ ਜਾਣ ਹੀ ਵਾਲੀ ਸੀ ਕਿ ਮੈਂ ਉਸ ਦੇ ਮੂੰਹੋਂ ਆਪਣਾ ਨਾਂ ਸੁਣਿਆ ਅਤੇ ਮੈਂ ਉੱਥੇ ਹੀ ਰੁਕ ਗਈ। ਉਹ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ। ਮੀਨਾ ਆਪਣੇ ਮਾਪਿਆਂ ਨੂੰ ਮਿਲਣ ਆਪਣੇ ਘਰ ਗਈ ਹੈ। ਉਸਨੇ ਮੇਰੇ ਬੱਚਿਆਂ ਦੀ ਬਹੁਤ ਚੰਗੀ ਦੇਖਭਾਲ ਕੀਤੀ ਹੈ। ਜੇ ਉਸ ਦੇ ਆਪਣੇ ਬੱਚੇ ਹੁੰਦੇ ਤਾਂ ਉਹ ਸਿਰਫ ਆਪਣੇ ਬੱਚਿਆਂ ਨੂੰ ਪਿਆਰ ਕਰਦੀ, ਮੇਰੇ ਬੱਚਿਆਂ ਦੀ ਦੇਖਭਾਲ ਨਹੀਂ ਕਰਦੀ।
ਉਹ ਉਹਨਾਂ ਨੂੰ ਭੁੱਲ ਜਾਂਦੀ। ਇਸੇ ਲਈ ਮੈਂ ਉਸ ਨੂੰ ਅਜਿਹਾ ਦਵਾਈ ਦਿੰਦਾ ਸੀ ਕਿ ਉਹ ਮਾਂ ਨਾ ਬਣ ਸਕੇ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਮੈਂ ਥੋੜਾ ਜਿਹਾ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਮੇਰਾ ਪਤੀ ਆਪਣੇ ਦੋਸਤ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਆਪਣੇ ਪਤੀ ਨੇ ਮੇਰੇ ਤੋਂ ਇੰਨੀ ਵੱਡੀ ਖੁਸ਼ੀ ਖੋਹ ਲਈ ਹੈ। ਮੈਂ ਇਸ ਧੋਖੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਨੂੰ ਆਪਣੇ ਪਤੀ ਨਾਲ ਪਿਆਰ ਹੋ ਗਿਆ ਸੀ ਅਤੇ ਮੈਂ ਉਸਦੇ ਬੱਚਿਆਂ ਨੂੰ ਆਪਣਾ ਮੰਨ ਲਿਆ ਸੀ, ਪਰ ਉਸਨੇ ਮੈਨੂੰ 10-12 ਸਾਲਾਂ ਦੇ ਪਿਆਰ ਦਾ ਇਹ ਸਿਲਾ ਦਿੱਤਾ। ਮੈਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਤੋਂ ਬਦਲਾ ਲਵਾਂਗੀ। ਮੈਂ ਉਸ ਦੇ ਵੱਡੇ ਪੁੱਤਰ ਨੂੰ ਫੋਨ ਕੀਤਾ ਜੋ ਬਾਹਰ ਇਕੱਲਾ ਕੰਮ ਕਰਦਾ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਆਪਣੇ ਪਿਤਾ ਨੂੰ ਆਪਣੇ ਕੋਲ ਬੁਲਾਓ ਤਾਂ ਜੋ ਉਹ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਕਰ ਸਕਣ। ਵੈਸੇ ਵੀ ਇੱਥੇ ਰਾਸ਼ਨ ਦੀ ਦੁਕਾਨ ਨਹੀਂ ਚੱਲਦੀ। ਉਸਨੇ ਸਾਰੀ ਗੱਲ ਮੰਨ ਲਈ। ਉਹ ਮੇਰੀ ਕੋਈ ਵੀ ਗੱਲ ਨਹੀਂ ਟਾਲਦਾ ਸੀ। ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ। ਮੈਂ ਵੀ ਉਹਨਾਂ ਨੂੰ ਮਨਾ ਲਿਆ। ਹੁਣ ਮੇਰਾ ਪਤੀ ਬਾਹਰ ਆਪਣੇ ਪੁੱਤਰ ਕੋਲ ਗਿਆ ਹੋਇਆ ਸੀ। ਇੱਥੇ ਸਿਰਫ ਮੈਂ ਅਤੇ ਉਸ ਦੀ ਧੀ ਹੀ ਰਹਿ ਗਈ। ਮੈਂ ਸੋਚਿਆ ਆਪਣਾ ਬਦਲਾ ਲੈਣ ਲਈ ਮੈਂ ਉਸ ਦੀ 16 ਸਾਲਾਂ ਦੀ ਧੀ ਦਾ ਵਿਆਹ ਕਿਸੇ ਬੁੱਢੇ ਆਦਮੀ ਨਾਲ ਕਰਵਾ ਦਿਆਂਗੀ ਤਾਂ ਕਿ ਜਦੋਂ ਉਸ ਨੂੰ ਪਤਾ ਲੱਗੇ ਤਾਂ ਉਸ ਦੇ ਦਿਲ ਨੂੰ ਵੀ ਉਸੇ ਤਰ੍ਹਾਂ ਠੇਸ ਪਹੁੰਚੇ ਜਿਵੇਂ ਮੇਰੇ ਦਿਲ ਨੂੰ ਠੇਸ ਪਹੁੰਚੀ ਸੀ। ਇਸੇ ਲਈ ਮੈਂ ਜ਼ਬਰਦਸਤੀ ਉਸ ਦੀ 16 ਸਾਲਾਂ ਦੀ ਮਾਸੂਮ ਧੀ ਦਾ ਵਿਆਹ 80 ਸਾਲ ਦੇ ਬਜ਼ੁਰਗ ਨਾਲ ਕਰਵਾ ਦਿੱਤਾ। ਮੈਨੂੰ 2 ਫਾਇਦੇ ਹੋਏ। ਇੱਕ ਇਹ ਕਿ ਮੈਂ ਆਪਣਾ ਬਦਲਾ ਲੈ ਲਿਆ ਸੀ ਅਤੇ ਦੂਜਾ ਇਹ ਕਿ ਉਹ ਬੁੱਢਾ ਬਹੁਤ ਅਮੀਰ ਸੀ। ਉਸਨੇ ਮੈਨੂੰ ਵਿਆਹ ਦੇ ਬਦਲੇ ਬਹੁਤ ਸਾਰੇ ਪੈਸੇ ਦਿੱਤੇ। ਮੈਂ ਵੀ ਸੋਚਿਆ ਸੀ ਕਿ ਮੈਂ ਇਸ ਵਿਆਹ ਲਈ ਬਹੁਤ ਸਾਰਾ ਪੈਸਾ ਲਾਵਾਂਗੀ। ਉਹ 80 ਸਾਲ ਦੀ ਉਮਰ ਵਿੱਚ ਵੀ ਠੀਕ ਠਾਕ ਸੀ। ਉਸ ਨੂੰ ਦੇਖ ਕੇ ਇਹ ਮਹਿਸੂਸ ਨਹੀਂ ਹੁੰਦਾ ਸੀ ਕਿ ਉਹ 80 ਸਾਲ ਦਾ ਹੈ। ਜਦੋਂ ਉਹ ਮੇਰੇ ਘਰ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੁਹਾਡੀ ਸਿਹਤ ਦਾ ਰਾਜ ਕੀ ਹੈ, ਸਾਨੂੰ ਵੀ ਦੱਸੋ, ਤੁਸੀਂ ਕਿਤੇ ਵੀ 80 ਸਾਲ ਦੇ ਨਹੀਂ ਲੱਗਦੇ। ਉਸ ਨੇ ਕਿਹਾ ਕਿ ਇਹ ਖਾਨਦਾਨੀ ਰਾਜ ਹੈ, ਇਸ ਨੂੰ ਰਾਜ ਹੀ ਰਹਿਣ ਦਿਓ। ਮੈਂ ਉਸ ਨੂੰ ਕਿਹਾ ਕਿ ਵਿਆਹ ਤੋਂ ਬਾਅਦ ਮੈਂ ਤੇਰੇ ਬੰਗਲੇ ਵਿੱਚ ਤੇਰੇ ਘਰ ਆਵਾਂਗੀ। ਮੈਂ ਥੋੜੇ ਦਿਨਾਂ ਵਿੱਚ ਹੀ ਇੱਕ ਅਮੀਰ ਜੀਵਨ ਜਿਉਣਾ ਚਾਹੁੰਦੀ ਸੀ। ਮੇਰੇ ਪਤੀ ਦੀ ਇੱਕ 16 ਸਾਲਾਂ ਦੀ ਧੀ ਸੀ ਜੋ ਬਹੁਤ ਮਾਸੂਮ ਸੀ ਅਤੇ ਹਰ ਗੱਲ ਵਿੱਚ ਮੇਰਾ ਕਹਿਣਾ ਮੰਨਦੀ ਸੀ। ਉਸਨੇ ਮੇਰੇ ਕਹਿਣ ਤੇ ਇਸ ਬੁੱਢੇ ਨਾਲ ਵਿਆਹ ਕੀਤਾ ਅਤੇ ਆਪਣੇ ਪਿਤਾ ਨੂੰ ਵੀ ਨਹੀਂ ਦੱਸਿਆ। ਵਿਆਹ ਦੀ ਪਹਿਲੀ ਰਾਤ ਉਹ ਬੁੱਢਾ ਆਦਮੀ ਕਮਰੇ ਵਿੱਚ ਜਾਣ ਦੀ ਬਜਾਏ ਰਸੋਈ ਵੱਲ ਜਾ ਰਿਹਾ ਸੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ। ਫਿਰ ਮੈਂ ਉਸ ਦਾ ਪਿੱਛਾ ਕੀਤਾ। ਮੈਂ ਲੁਕ ਕੇ ਦੇਖਣ ਲੱਗੀ ਕਿ ਉਹ ਰਸੋਈ ਵਿੱਚ ਕੀ ਕਰਨ ਗਿਆ ਹੈ। ਜਦੋਂ ਮੈਂ ਉਸ ਨੂੰ ਰਸੋਈ ਵਿੱਚ ਦੇਖਿਆ ਤਾਂ ਉਹ ਜੂਸ ਪੀ ਰਿਹਾ ਸੀ। ਇਹ ਦੇਖ ਕੇ ਮੈਂ ਬਹੁਤ ਹੈਰਾਨ ਹੋਈ। ਵਿਆਹ ਦੀ ਪਹਿਲੀ ਰਾਤ ਲੋਕ ਦੁੱਧ ਪੀਂਦੇ ਹਨ, ਪਰ ਉਹ ਜੂਸ ਪੀ ਰਿਹਾ ਹੈ। ਫਿਰ ਉਹ ਆਪਣੇ ਕਮਰੇ ਵਿੱਚ ਚਲਾ ਗਿਆ। ਇਸ ਬਜ਼ੁਰਗ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਸੀ, ਇੱਕ ਹੀ ਭਤੀਜਾ ਸੀ। ਉਹ ਵੀ ਸਿਰਫ ਉਸ ਦੇ ਵਿਆਹ ਵਿੱਚ ਹੀ ਆਇਆ ਸੀ ਅਤੇ ਫਿਰ ਵਾਪਸ ਚਲਾ ਗਿਆ। ਵਿਆਹ ਵਾਲੀ ਰਾਤ ਇਸ ਬੁੱਢੇ ਦਾ ਜੂਸ ਪੀਣਾ ਕੋਈ ਵੱਡੀ ਗੱਲ ਨਹੀਂ ਸੀ, ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਬਹੁਤ ਹੈਰਾਨੀ ਹੋਈ। ਹੁਣ ਰੋਜ਼ ਆਪਣੀ ਜਵਾਨ ਪਤਨੀ ਕੋਲ ਜਾਣ ਤੋਂ ਪਹਿਲਾਂ ਜੂਸ ਦਾ ਗਲਾਸ ਪੀ ਕੇ ਜਾਂਦਾ। ਇੱਕ ਦਿਨ ਦੁਪਹਿਰ ਵੇਲੇ ਮੈਂ ਉਸ ਨੂੰ ਜੂਸ ਦਾ ਗਲਾਸ ਦਿੱਤਾ ਤਾਂ ਉਸਨੇ ਬੜੇ ਪਿਆਰ ਨਾਲ ਕਿਹਾ ਕਿ ਸਾਸੂ ਮਾਂ, ਮੈਂ ਜੂਸ ਨਹੀਂ ਪੀਂਦਾ। ਮੈਨੂੰ ਉਸਦੇ ਝੂਠ ਤੇ ਬਹੁਤ ਗੁੱਸਾ ਆਇਆ, ਪਰ ਮੈਂ ਉਸ ਨੂੰ ਕੁਝ ਨਹੀਂ ਕਿਹਾ। ਉਹ ਮੇਰੇ ਨਾਲੋਂ ਬਹੁਤ ਵੱਡਾ ਸੀ, ਪਰ ਮੇਰੇ ਨਾਲ ਗੱਲਾਂ ਇੱਦਾਂ ਕਰਦਾ ਸੀ ਜਿਵੇਂ ਮੇਰੇ ਤੋਂ ਛੋਟਾ ਹੋਵੇ। ਜੇ ਉਸ ਨੂੰ ਜੂਸ ਪਸੰਦ ਨਹੀਂ ਸੀ ਤਾਂ ਉਹ ਆਪਣੀ ਜਵਾਨ ਪਤਨੀ ਕੋਲ ਜਾਣ ਤੋਂ ਪਹਿਲਾਂ ਕਿਉਂ ਪੀਂਦਾ ਸੀ? ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ। ਇੱਕ ਰਾਤ ਫਿਰ ਮੈਂ ਉਸ ਨੂੰ ਲੁਕ ਕੇ ਦੇਖਿਆ। ਉਸਨੇ ਆਪਣੇ ਲਈ ਜੂਸ ਦਾ ਇੱਕ ਗਲਾਸ ਬਣਾਇਆ ਅਤੇ ਉਸ ਵਿੱਚ ਇੱਕ ਪੁੜੀ ਪਾਈ ਅਤੇ ਉਸ ਨੂੰ ਇੱਕ ਘੁੱਟ ਵਿੱਚ ਪੀ ਲਿਆ। ਹੁਣ ਮੈਂ ਦੇਖ ਰਹੀ ਸੀ ਕਿ ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ ਉਹ ਪਹਿਲਾਂ ਨਾਲੋਂ ਵੱਧ ਜਵਾਨ ਹੋ ਰਿਹਾ ਸੀ। ਉਸ ਦੇ ਪੈਰ ਕਬਰ ਵਿੱਚ ਲਟਕ ਰਹੇ ਸਨ, ਪਰ ਫਿਰ ਵੀ ਉਹ ਹਰ ਰੋਜ਼ ਆਪਣੀ ਨਵੀਂ ਵਹੁਟੀ ਨਾਲ ਸੈਰ ਕਰਨ ਲਈ ਜਾਂਦਾ ਸੀ। ਇਹ ਸਭ ਕੀ ਹੋ ਰਿਹਾ ਸੀ? ਮੈਂ ਬਿਲਕੁਲ ਨਹੀਂ ਸਮਝ ਸਕੀ। ਇੱਕ ਦਿਨ ਮੈਂ ਉਸ ਦੀ ਨੌਕਰਾਣੀ ਨੂੰ ਪੈਸੇ ਦਿੱਤੇ ਅਤੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਸਾਰਾ ਜਾਦੂ ਉਸ ਜੂਸ ਦਾ ਹੈ ਜੋ ਸਭ ਹਰ ਰਾਤ ਰੋਜ਼ ਪੀਂਦੇ ਹਨ। ਜਦੋਂ ਵੀ ਉਹ ਕੋਈ ਨਵਾਂ ਵਿਆਹ ਕਰਦੇ ਹੈ ਤਾਂ ਉਹ ਆਪਣੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਰਾਤ ਨੂੰ ਇੱਕ ਗਲਾਸ ਜੂਸ ਪੀਂਦਾ ਹੈ।
ਮੈਂ ਉਸ ਨੂੰ ਕਿਹਾ ਕਿ ਤੁਹਾਡਾ ਮਾਲਕ ਜੂਸ ਵਿੱਚ ਕੁਝ ਪੁੜੀਆਂ ਮਿਲਾਉਂਦਾ ਹੈ, ਤੈਨੂੰ ਪਤਾ ਹੈ? ਉਹ ਕਹਿਣ ਲੱਗੀ ਕਿ ਹਾਂ, ਮੈਂ ਵੀ ਕਈ ਵਾਰ ਦੇਖਿਆ ਹੈ ਕਿ ਉਹ ਆਪਣੇ ਜੂਸ ਵਿੱਚ ਕੁਝ ਪੁੜੀਆਂ ਮਿਲਾ ਲੈਂਦਾ ਹੈ। ਮੈਂ ਇੱਕ ਨੌਕਰਾਣੀ ਹਾਂ, ਮੈਂ ਉਸ ਨੂੰ ਕਿਵੇਂ ਪੁੱਛ ਸਕਦੀ ਹਾਂ? ਹੋ ਸਕਦਾ ਹੈ ਕੋਈ ਮਰਦਾਨਾ ਸ਼ਕਤੀ ਦੀ ਦਵਾਈ ਹੋਵੇ ਜੋ ਰੋਜ਼ਾਨਾ ਜੂਸ ਵਿੱਚ ਪਾ ਕੇ ਪੀਂਦੇ ਹੈ ਤਾਂ ਕਿ ਆਪਣੀ ਜਵਾਨ 16 ਸਾਲਾਂ ਦੀ ਪਤਨੀ ਨੂੰ ਖੁਸ਼ ਰੱਖ ਸਕਣ। ਪਹਿਲਾਂ ਤਾਂ ਮੈਂ ਵੀ ਸੋਚਿਆ ਸੀ ਕਿ ਉਹ ਨੌਕਰਾਣੀ ਸਹੀ ਦੱਸ ਰਹੀ ਹੈ ਅਤੇ ਉਹ ਬੁੱਢਾ ਆਪਣੀ ਤਾਕਤ ਵਧਾਉਣਾ ਚਾਹੁੰਦਾ ਹੈ, ਪਰ ਪਤਾ ਨਹੀਂ ਕਿਉਂ ਮੈਨੂੰ ਆਪਣੀ ਸੋਚ 'ਤੇ ਸ਼ੱਕ ਸੀ। ਮੈਨੂੰ ਲੱਗਦਾ ਸੀ ਕਿ ਕੁਝ ਹੋਰ ਗੱਲ ਹੈ। ਮੇਰੀ 16 ਸਾਲਾਂ ਦੀ ਧੀ ਵੀ ਉਸ ਨਾਲ ਬਹੁਤ ਖੁਸ਼ ਰਹਿ ਰਹੀ ਸੀ, ਜਿਵੇਂ ਕੋਈ ਨਵ ਵਿਆਹੀ ਦੁਲਹਨ ਆਪਣੇ ਪਤੀ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਘੁੰਮਦੀ ਹੈ। ਇਸੇ ਤਰ੍ਹਾਂ ਉਹ ਹਰ ਰੋਜ਼ ਉਸ ਨਾਲ ਸੈਰ ਕਰਨ ਜਾਂਦੀ ਸੀ। ਮੈਂ ਸੋਚਿਆ ਕਿ ਮੈਂ ਆਪਣੀ ਪਤੀ ਨੂੰ ਦੱਸਾਂ ਕਿ ਤੁਹਾਡੀ ਧੀ ਨੇ ਇੱਕ 80 ਸਾਲਾਂ ਦੇ ਬੁੱਢੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਹੈ। ਮੈਂ ਆਪਣੇ ਪਤੀ ਨੂੰ ਫੋਨ ਕਰਨ ਹੀ ਵਾਲੀ ਸੀ ਜਦੋਂ ਮੇਰੀ ਧੀ ਮੇਰੇ ਕਮਰੇ ਵਿੱਚ ਆਈ ਤਾਂ ਉਸ ਦੇ ਹੱਥ ਵਿੱਚ ਹੀਰਿਆਂ ਦਾ ਹਾਰ ਸੀ। ਉਸਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਜੀ ਨੂੰ ਕੁਝ ਨਾ ਦੱਸੋ, ਜੇ ਤੁਸੀਂ ਉਸ ਨੂੰ ਮੇਰੇ ਵਿਆਹ ਬਾਰੇ ਦੱਸ ਦਿੱਤਾ ਤਾਂ ਉਹ ਮੈਨੂੰ ਇੱਥੋਂ ਲੈ ਜਾਣਗੇ। ਪਰ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ, ਉਸ ਨੂੰ ਛੱਡਣਾ ਨਹੀਂ ਚਾਹੁੰਦੀ। ਜਦੋਂ ਉਹ ਵਾਪਸ ਆਉਣਗੇ ਤਾਂ ਦੇਖਿਆ ਜਾਵੇਗਾ। ਮੈਂ ਵੀ ਹੀਰਿਆਂ ਦੇ ਹਾਰ ਦੇ ਲਾਲਚ ਵਿੱਚ ਆ ਕੇ ਆਪਣੀ ਜ਼ੁਬਾਨ ਬੰਦ ਰੱਖੀ। ਮੈਂ ਵੀ ਭੁੱਲ ਗਈ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਆਪਣੇ ਪਤੀ ਤੋਂ ਬਦਲਾ ਲੈਣ ਲਈ ਕੀਤਾ ਹੈ। ਉਸ ਰਾਤ ਵੀ ਉਸ ਬੁੱਢੇ ਨੇ ਰੋਜ਼ ਵਾਂਗ ਆਪਣੇ ਲਈ ਜੂਸ ਬਣਾ ਲਿਆ ਅਤੇ ਉਹ ਪੁੜੀਆਂ ਮਿਲਾਈਆਂ। ਮੈਂ ਸੋਚ ਰਹੀ ਸੀ ਕਿ ਹੋ ਸਕਦਾ ਹੈ ਕਿ ਕੋਈ ਇਸ ਵਿੱਚ ਤਾਕਤ ਦੀ ਦਵਾਈ ਮਿਲਾਉਂਦਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਜਵਾਨ ਰੱਖ ਸਕੇ। ਜੇਕਰ ਉਹ ਅਜਿਹਾ ਕਰ ਰਿਹਾ ਹੈ ਤਾਂ ਇਹ ਮੇਰੇ ਲਈ ਗਲਤ ਹੈ, ਕਿਉਂਕਿ ਮੈਂ ਆਪਣੀ ਮਤਰੇਈ ਧੀ ਦਾ ਵਿਆਹ ਇਸ ਬੁੱਢੇ ਨਾਲ ਇਸ ਕਰਕੇ ਕੀਤਾ ਸੀ ਕਿ ਉਹ ਵੀ ਕੋਈ ਬੱਚਾ ਪੈਦਾ ਨਾ ਕਰ ਸਕੇ ਅਤੇ ਮੇਰੇ ਵਾਂਗ ਸਾਰੀ ਉਮਰ ਬੱਚਿਆਂ ਦੀਆਂ ਖੁਸ਼ੀਆਂ ਲਈ ਤਰਸਦੀ ਰਹੇ। ਫਿਰ ਵੀ ਮੇਰਾ ਬਦਲਾ ਪੂਰਾ ਹੋ ਸਕਦਾ ਸੀ, ਪਰ ਇਸ ਵਿਆਹ ਨੇ ਇਸ ਬੁੱਢੇ ਨੂੰ ਇੱਕ ਵੱਖਰਾ ਹੀ ਪ੍ਰਭਾਵ ਦਿੱਤਾ ਅਤੇ ਇਹ ਉਸੇ ਜੂਸ ਦਾ ਕਮਾਲ ਸੀ ਜੋ ਉਹ ਰਾਤ ਨੂੰ ਪੀਂਦਾ ਸੀ। ਹੁਣ ਮੈਂ ਕਿਸੇ ਵੀ ਕੀਮਤ ਤੇ ਜੂਸ ਦਾ ਰਾਜ਼ ਪਤਾ ਕਰਨਾ ਸੀ। ਜੇ ਉਹ ਇਸ ਵਿੱਚ ਮਰਦਾਨਾ ਦਵਾਈ ਮਿਲਾ ਕੇ ਪੀਂਦਾ ਤਾਂ ਮੇਰੀ ਯੋਜਨਾ ਗਲਤ ਹੋ ਜਾਂਦੀ। ਇਸੇ ਲਈ ਮੈਂ ਆਪਣੀ ਧੀ ਨੂੰ ਕਿਹਾ ਕਿ ਰਾਤ ਨੂੰ ਆਪਣੇ ਪਤੀ ਨੂੰ ਦੁੱਧ ਦਿਆ ਕਰ। ਜੇ ਇਸ ਉਮਰ ਵਿੱਚ ਹੋਰ ਕੁਝ ਵੀ ਪੀਂਦਾ ਹੈ ਤਾਂ ਉਸ ਦੀ ਸਿਹਤ ਵਿਗੜ ਜਾਵੇਗੀ। ਉਸ ਨੇ ਪੁੱਛਿਆ, ਹੋਰ ਕਿਸੇ ਚੀਜ਼ ਦਾ ਕੀ ਮਤਲਬ ਹੈ ਕਿ ਨਹੀਂ ਪੀਣਾ ਚਾਹੀਦਾ? ਇਸ ਦੌਰਾਨ ਮੇਰੀ ਨਜ਼ਰ ਉਸ ਦੇ ਬੈੱਡ 'ਤੇ ਪਈਆਂ ਚੀਜ਼ਾਂ ਵੱਲ ਗਈ ਜੋ ਅੱਜ ਆਪਣੇ ਪਤੀ ਨਾਲ ਸ਼ਾਪਿੰਗ ਕਰਕੇ ਆਈ ਸੀ। ਬ੍ਰਾਂਡਡ ਕੱਪੜੇ, ਜੁੱਤੀਆਂ ਅਤੇ ਮੇਕਅਪ ਦਾ ਸਮਾਨ ਜੋ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਅਜਿਹਾ ਸਮਾਨ ਨਹੀਂ ਦੇਖਿਆ ਸੀ। ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ। ਮੈਂ ਉਸ ਨੂੰ ਕਿਹਾ ਕਿ ਤੁਸੀਂ ਆਪਣੇ ਪਤੀ ਤੋਂ ਥੋੜ੍ਹੀ ਦੇਰ ਲਈ ਦੂਰ ਹੀ ਰਹੋ ਅਤੇ ਇੱਥੋਂ ਵੱਧ ਤੋਂ ਵੱਧ ਸਮਾਨ ਇਕੱਠਾ ਕਰ ਲਵੋ। ਇੰਨੇ 'ਚ ਮੈਂ ਤੁਹਾਡਾ ਸਮਾਨ ਸੈੱਟ ਕਰ ਦਿੰਦੀ ਹਾਂ। ਮੈਂ ਸੋਚਿਆ ਸੀ ਕਿ ਸਮਾਨ ਸੈੱਟ ਕਰਨ ਦੇ ਬਹਾਨੇ ਸ਼ਾਇਦ ਮੈਨੂੰ ਉਹ ਦਵਾਈ ਮਿਲ ਜਾਵੇ ਜੋ ਬੁੱਢਾ ਆਪਣੇ ਜੂਸ ਵਿੱਚ ਮਿਲਾਉਂਦਾ ਹੈ, ਪਰ ਮੈਨੂੰ ਉਹ ਪੁੜੀਆਂ ਉਸ ਦੇ ਕਮਰੇ ਵਿੱਚ ਕਿਤੇ ਵੀ ਨਹੀਂ ਮਿਲੀਆਂ। ਨੌਕਰਾਣੀ ਨੇ ਦੱਸਿਆ ਸੀ ਕਿ ਜਦੋਂ ਉਹ ਆਪਣੇ ਲਈ ਜੂਸ ਬਣਾਉਂਦਾ ਹੈ ਤਾਂ ਕਿਸੇ ਨੂੰ ਦੇਖਣ ਵੀ ਨਹੀਂ ਦਿੰਦਾ। ਤੁਸੀਂ ਦੇਖੋਗੇ ਕਿ ਸਾਵ ਦੇ ਕਿੰਨੀ ਜਲਦੀ ਔਲਾਦ ਪੈਦਾ ਹੋ ਜਾਵੇਗੀ। ਪਹਿਲਾਂ ਵੀ ਸਾਵ ਅਜਿਹਾ ਹੀ ਕਰਦੇ ਸਨ। ਇਹ ਸੁਣ ਕੇ ਮੈਂ ਡਰ ਗਈ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਬੇਟੀ ਕੋਈ ਔਲਾਦ ਪੈਦਾ ਕਰੇ, ਇਸੇ ਲਈ ਮੈਂ ਉਸ ਦਾ ਵਿਆਹ ਇੱਕ ਬੁੱਢੇ ਆਦਮੀ ਨਾਲ ਕਰਵਾ ਦਿੱਤਾ ਤਾਂ ਕਿ ਉਸ ਦਾ ਪਤੀ ਬੱਚੇ ਨੂੰ ਜਨਮ ਨਾ ਦੇ ਸਕੇ। ਪਰ ਇੱਥੇ ਸਭ ਕੁਝ ਉਲਟਾ ਹੋ ਰਿਹਾ ਸੀ। ਇਹ ਬੁੱਢਾ ਖੁਦ ਬੱਚੇ ਪੈਦਾ ਕਰਨ ਦੇ ਚੱਕਰ ਵਿੱਚ ਸੀ। ਮੈਂ ਸੋਚਿਆ ਕਿ ਮੈਂ ਆਪ ਹੀ ਇਸ ਰਾਜ ਦਾ ਪਤਾ ਕਰੂੰਗੀ। ਇੱਕ ਦਿਨ ਮੈਂ ਆਪ ਹੀ ਉਸ ਬਜ਼ੁਰਗ ਨੂੰ ਪੁੱਛਿਆ ਕਿ ਤੁਸੀਂ ਜੂਸ ਪੀਣ ਦੇ ਸ਼ੌਕੀਨ ਹੋ? ਤਾਂ ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਕਿ ਮੈਂ ਜੂਸ ਪੀਣ ਦਾ ਸ਼ੌਕੀਨ ਨਹੀਂ ਹਾਂ। ਉਹ ਮੇਰੇ ਕੋਲ ਝੂਠ ਬੋਲ ਰਿਹਾ ਸੀ। ਹੁਣ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਉਸ ਨੂੰ ਕਿਹਾ, ਫਿਰ ਤੁਸੀਂ ਮੇਰੇ ਕੋਲ ਝੂਠ ਕਿਉਂ ਬੋਲ ਰਹੇ ਹੋ? ਤੁਸੀਂ ਹਰ ਰੋਜ਼ ਆਪਣੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਇੱਕ ਗਲਾਸ ਜੂਸ ਪੀਂਦੇ ਹੋ। ਹੁਣ ਜਲਦੀ ਦੱਸੋ ਕਿ ਇਹ ਮਾਮਲਾ ਕੀ ਹੈ? ਉਸ ਨੇ ਦੱਸਿਆ, ਮੈਨੂੰ ਦਿਨ ਵੇਲੇ ਜੂਸ ਪੀਣਾ ਚੰਗਾ ਨਹੀਂ ਲੱਗਦਾ। ਮੈਂ ਰਾਤ ਨੂੰ ਬਹੁਤ ਸ਼ੌਂਕ ਨਾਲ ਪੀਂਦਾ ਹਾਂ। ਫਿਰ ਮੈਂ ਉਸ ਨੂੰ ਕਿਹਾ, ਤੁਸੀਂ ਰੋਜ਼ ਕਿਉਂ ਪੀਂਦੇ ਹੋ? ਜੇਕਰ ਅਜਿਹਾ ਹੈ ਤਾਂ ਤੁਹਾਨੂੰ ਕਦੇ-ਕਦੇ ਪੀਣਾ ਚਾਹੀਦਾ ਹੈ। ਮੇਰੇ ਸਵਾਲ ਤੋਂ ਘਬਰਾ ਕੇ ਉਹ ਉੱਥੋਂ ਚਲਾ ਗਿਆ, ਜਿਵੇਂ ਮੈਂ ਉਸ ਦੀ ਕੋਈ ਚੋਰੀ ਫੜ ਲਈ ਹੋਵੇ। ਜੇ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਹੁੰਦਾ ਕਿ
ਮੈਂ ਜੂਸ ਵਿੱਚ ਪੁੜੀਆਂ ਨੂੰ ਮਿਲਾਉਂਦੇ ਹੋਏ ਦੇਖਿਆ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਕਿ ਮੈਂ ਉਸ ਬਾਰੇ ਇੰਨਾ ਕੁਝ ਜਾਣਦੀ ਹਾਂ। ਜੂਸ ਪੀਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਰੋਜ਼ ਕਿਸੇ ਨਾ ਕਿਸੇ ਚੀਜ਼ ਵਿੱਚ ਮਿਲਾ ਕੇ ਪੀਣਾ ਮੈਨੂੰ ਉਸ 'ਤੇ ਸ਼ੱਕ ਹੋ ਰਿਹਾ ਸੀ ਅਤੇ ਕੁਝ ਅਜਿਹਾ ਸੀ ਜੋ ਉਹ ਸਾਡੇ ਤੋਂ ਲੁਕੋ ਰਿਹਾ ਸੀ। ਅਗਲੀ ਰਾਤ ਜਦੋਂ ਉਹ ਰਸੋਈ ਵਿੱਚ ਜੂਸ ਬਣਾਉਣ ਆਇਆ ਤਾਂ ਮੈਂ ਰਸੋਈ ਵਿੱਚ ਮੌਜੂਦ ਸੀ। ਉਹ ਮੈਨੂੰ ਉੱਥੇ ਦੇਖ ਕੇ ਚੌਂਕ ਗਿਆ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਜੂਸ ਬਣਾ ਦਿੰਦੀ ਹਾਂ ਤਾਂ ਉਸ ਨੇ ਕਿਹਾ ਕਿ ਮੈਨੂੰ ਤੁਹਾਡੀ ਕਿਸੇ ਵੀ ਮਦਦ ਦੀ ਲੋੜ ਨਹੀਂ ਹੈ, ਮੈਂ ਆਪਣੇ ਆਪ ਜੂਸ ਬਣਾ ਸਕਦਾ ਹਾਂ। ਮੈਂ ਬਾਹਰ ਆ ਗਈ। ਮੈਂ ਆਪਣੀ ਧੀ ਨੂੰ ਕਿਹਾ ਕਿ ਤੁਸੀਂ ਆਪਣੇ ਪਤੀ ਲਈ ਖੁਦ ਜੂਸ ਕਿਉਂ ਨਹੀਂ ਬਣਾਉਂਦੇ। ਉਸਨੇ ਮੈਨੂੰ ਕਿਹਾ ਕਿ ਮੈਂ ਕਿਹਾ ਹੈ ਮੈਂ ਜੂਸ ਬਣਾ ਦਿੰਦੀ ਹਾਂ, ਪਰ ਉਹ ਕਹਿੰਦੇ ਹੈ ਕਿ ਮੈਂ ਆਪਣੇ ਲਈ ਆਪ ਹੀ ਜੂਸ ਬਣਾਉਣਾ ਪਸੰਦ ਕਰਦਾ ਹਾਂ। ਕਈ ਵਾਰ ਤਾਂ ਉਸਨੇ ਮੇਰੇ ਲਈ ਵੀ ਬਣਾਇਆ ਹੈ। ਕੁਝ ਦਿਨਾਂ ਤੋਂ ਮੈਂ ਦੇਖ ਰਹੀ ਸੀ ਕਿ ਮੇਰੀ ਧੀ ਦੇ ਬਾਹਰ ਗੇੜੇ ਥੋੜ੍ਹੇ ਜ਼ਿਆਦਾ ਲੱਗ ਰਹੇ ਹਨ। ਹੁਣ ਤਾਂ ਉਸ ਦੇ ਵੀ ਫਰ ਨਿਕਲਣ ਲੱਗ ਗਏ ਸੀ। ਪਹਿਲਾਂ ਮੈਂ ਸੋਚਦੀ ਸੀ ਕਿ ਮੈਂ ਉਸ ਦੇ ਪਿਤਾ ਤੋਂ ਬਦਲਾ ਲਵਾਂਗੀ। ਮੈਂ ਉਸ ਨੂੰ ਦੱਸਾਂਗੀ ਕਿ ਤੂੰ ਇੱਕ ਜਵਾਨ ਕੁੜੀ ਨਾਲ ਵਿਆਹ ਕੀਤਾ ਅਤੇ ਬੱਚਿਆਂ ਦੀ ਖੁਸ਼ੀ ਤੋਂ ਦੂਰ ਰੱਖਿਆ। ਤੁਹਾਡੀ ਆਪਣੀ ਧੀ ਨੇ ਆਪਣੇ ਤੋਂ ਕਈ ਗੁਣਾ ਵੱਡੇ ਆਦਮੀ ਨਾਲ ਵਿਆਹ ਕੀਤਾ ਹੈ। ਮੈਂ ਇਹ ਨਹੀਂ ਸੋਚਿਆ ਕਿ ਬੁੱਢਾ ਇੰਨਾ ਕਰੋੜਪਤੀ ਹੋਵੇਗਾ। ਜਦੋਂ ਮੇਰੇ ਮਨ ਵਿੱਚ ਇਸ ਦੀ ਦੌਲਤ ਦਾ ਲਾਲਚ ਪੈਦਾ ਹੋ ਗਿਆ ਤਾਂ ਮੈਂ ਆਪਣਾ ਮਨ ਬਦਲ ਲਿਆ। ਮੈਂ ਆਪਣੀ ਮਤਰੇਈ ਧੀ ਨੂੰ ਕਿਹਾ ਕਿ ਉਹ ਕਿਸੇ ਵੀ ਤਰੀਕੇ ਨਾਲ ਇਸ ਬੁੱਢੇ ਤੋਂ ਮਾਲ ਕਢਵਾ ਲਵੇ। ਜੇ ਇਹ ਮੇਰੇ ਹੱਥੋਂ ਨਿਕਲ ਜਾਂਦਾ ਤਾਂ ਬਹੁਤ ਮੁਸ਼ਕਲ ਪੈਦਾ ਹੋ ਜਾਂਦੀ। ਇਸ ਕੁੜੀ ਦੇ ਸਮਝਦਾਰ ਹੋਣ ਤੋਂ ਪਹਿਲਾਂ ਮੈਨੂੰ ਸਾਡੇ ਮਕਸਦ ਨੂੰ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਸੀ। ਇਸ ਲਈ ਸਭ ਤੋਂ ਪਹਿਲਾਂ ਮੈਂ ਇਸ ਬੁੱਢੇ ਦੇ ਜੂਸ ਦੇ ਰਾਜ ਬਾਰੇ ਪਤਾ ਲਗਾਉਣਾ ਸੀ, ਜਿਸ ਨੂੰ ਪੀਣ ਤੋਂ ਬਾਅਦ ਉਹ ਦਿਨੋਂ ਦਿਨ ਜਵਾਨ ਹੁੰਦਾ ਜਾ ਰਿਹਾ ਸੀ। ਮੈਂ ਰਾਤ ਨੂੰ ਇੱਕ ਵਿਉਂਤ ਬਣਾਈ। ਜਦੋਂ ਉਹ ਆਪਣੇ ਲਈ ਜੂਸ ਬਣਾਉਣ ਗਿਆ ਤਾਂ ਜੂਸ ਬਣਾਉਣ ਤੋਂ ਬਾਅਦ ਜਦੋਂ ਉਸਨੇ ਆਪਣੀ ਜੇਬ ਵਿੱਚੋਂ ਪੁੜੀਆਂ ਕੱਢ ਕੇ ਮਿਲਾਈਆਂ ਤਾਂ ਮੈਂ ਬਾਹਰ ਇੱਕ ਗਮਲਾ ਸੁੱਟ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਰਸੋਈ ਵਿੱਚੋਂ ਬਾਹਰ ਆ ਗਿਆ। ਮੈਂ ਲੁਕ ਕੇ ਰਸੋਈ ਵਿੱਚ ਗਈ ਅਤੇ ਉਸ ਦਾ ਗਲਾਸ ਬਦਲ ਦਿੱਤਾ। ਮੈਂ ਪਹਿਲਾਂ ਹੀ ਇੱਕ ਗਲਾਸ ਜੂਸ ਤਿਆਰ ਕਰ ਲਿਆ ਸੀ। ਅਜਿਹਾ ਕਰਨ ਵਿੱਚ ਮੈਨੂੰ ਸਿਰਫ ਕੁਝ ਸਕਿੰਟ ਲੱਗੇ। ਮੈਂ ਜਾਣਨਾ ਚਾਹੁੰਦੀ ਸੀ ਕਿ ਇਸ ਜੂਸ ਵਿੱਚ ਕੀ ਮਿਲਾਉਂਦਾ ਹੈ। ਸਵੇਰੇ ਮੈਂ ਉਹ ਜੂਸ ਇੱਕ ਥੈਲੀ ਵਿੱਚ ਪਾ ਕੇ ਲੈਬੋਰੇਟਰੀ ਨੂੰ ਟੈਸਟ ਲਈ ਦੇ ਦਿੱਤਾ। ਮੈਂ ਉੱਥੋਂ ਵਾਪਸ ਆ ਰਹੀ ਸੀ ਕਿ ਰਸਤੇ ਵਿੱਚ ਮੈਂ ਆਪਣੀ ਧੀ ਨੂੰ ਕਾਰ ਵਿੱਚ ਜਾਂਦੇ ਦੇਖਿਆ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਮੇਰੀ ਧੀ ਗੱਡੀ ਚਲਾਉਣਾ ਜਾਣਦੀ ਹੈ। ਇੰਨੀ ਜਲਦੀ ਤਾਂ ਉਹ ਆਪਣੇ ਪਤੀ ਤੋਂ ਗੱਡੀ ਚਲਾਉਣਾ ਨਹੀਂ ਸਿੱਖ ਸਕਦੀ, ਪਰ ਫਿਰ ਪਤਾ ਨਹੀਂ ਕਾਰ ਚਲਾਉਣਾ ਕਿੱਥੋਂ ਸਿੱਖੀ। ਇਹ ਸੋਚਦੀ ਹੋਈ ਮੈਂ ਘਰ ਪਹੁੰਚ ਗਈ। ਜਦੋਂ ਮੈਂ ਘਰ ਆਈ ਤਾਂ ਮੈਨੂੰ ਮੇਰੇ ਪਤੀ ਦਾ ਫੋਨ ਆਇਆ। ਮੈਂ ਲੰਬੇ ਸਮੇਂ ਤੋਂ ਉਸ ਨਾਲ ਗੱਲ ਨਹੀਂ ਕੀਤੀ ਸੀ। ਜਦੋਂ ਮੈਂ ਫੋਨ ਰਿਸੀਵ ਕੀਤਾ ਤਾਂ ਕੁਝ ਦੇਰ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਉਸ ਨੇ ਮੈਨੂੰ ਆਪਣੀ ਬੇਟੀ ਨਾਲ ਗੱਲ ਕਰਾਉਣ ਲਈ ਕਿਹਾ। ਮੈਂ ਕਿਹਾ ਪਤਾ ਨਹੀਂ ਕਿੱਧਰ ਚਲੀ ਗਈ ਹੈ। ਅੱਜ ਕੱਲ੍ਹ ਉਹ ਮੈਨੂੰ ਕੁਝ ਨਹੀਂ ਪੁੱਛਦੀ। ਜਿੱਥੇ ਉਸ ਦਾ ਦਿਲ ਚਾਹੁੰਦਾ ਹੈ ਉਹ ਮੂੰਹ ਚੁੱਕ ਕੇ ਜਾਂਦੀ ਹੈ। ਜੇ ਕੋਈ ਊਚ ਨੀਚ ਹੋ ਗਈ ਤਾਂ ਮੈਨੂੰ ਨਾ ਕਹਿਣਾ। ਮੈਂ ਆਪਣੀ ਮਤਰੇਈ ਧੀ ਨਾਲ ਬਹੁਤ ਗੁੱਸੇ ਸੀ। ਪਤਾ ਨਹੀਂ ਉਹ ਅੱਜ ਕੱਲ੍ਹ ਕੀ ਕਰ ਰਹੀ ਸੀ। ਉਹ ਆਪਣੇ ਆਪ ਵਿੱਚ ਮਸਤ ਰਹਿੰਦੀ ਸੀ ਅਤੇ ਬਾਹਰ ਘੁੰਮਦੀ ਰਹਿੰਦੀ ਸੀ। ਮੈਂ ਉਸ ਦੇ ਪਤੀ ਨੂੰ ਪੁੱਛਿਆ ਕਿ ਤੁਹਾਡੀ ਪਤਨੀ ਕਿੱਥੇ ਹੈ। ਉਸ ਨੇ ਕਿਹਾ ਕਿ ਉਹ ਡਰਾਈਵਰ ਨਾਲ ਖਰੀਦਦਾਰੀ ਕਰਨ ਗਈ ਹੈ। ਹੁਣ ਇਸ ਉਮਰ ਵਿੱਚ ਮੈਂ ਉਸ ਦੇ ਨਾਲ ਘੰਟਿਆਂ ਬੱਧੀ ਬਾਜ਼ਾਰ ਵਿੱਚ ਨਹੀਂ ਘੁੰਮ ਸਕਦਾ। ਹੁਣ ਮੇਰੇ ਵਿੱਚ ਹਿੰਮਤ ਨਹੀਂ ਹੈ, ਇਸ ਲਈ ਮੈਂ ਉਸ ਨੂੰ ਡਰਾਈਵਰ ਨਾਲ ਭੇਜ ਦਿੱਤਾ। ਮੈਂ ਉਸ ਨੂੰ ਕਿਹਾ ਕਿ ਤੁਹਾਡਾ ਡਰਾਈਵਰ ਤਾਂ ਬਾਹਰ ਖੜਾ ਹੈ ਅਤੇ ਫਿਰ ਤੁਹਾਡੀ ਜਵਾਨ ਪਤਨੀ ਬਾਹਰ ਕਿਸ ਨਾਲ ਘੁੰਮ ਰਹੀ ਹੈ। ਮੈਨੂੰ ਹੁਣ ਆਪਣੀ ਧੀ 'ਤੇ ਸ਼ੱਕ ਹੋਣ ਲੱਗਾ ਸੀ। ਉਹ ਕੁਝ ਅਜਿਹਾ ਕਰ ਰਹੀ ਸੀ ਜਿਸ ਬਾਰੇ ਮੈਨੂੰ ਪਤਾ ਨਹੀਂ ਸੀ। ਕੁਝ ਅਜਿਹਾ ਸੀ ਜੋ ਉਹ ਮੇਰੇ ਤੋਂ ਲੁਕੋ ਰਹੀ ਸੀ। ਹੁਣ ਉਹ ਮੇਰੇ ਤੋਂ ਦੂਰ ਰਹਿੰਦੀ ਸੀ। ਹੁਣ ਫੋਨ 'ਤੇ ਵੀ ਘੰਟਿਆਂ ਬੱਧੀ ਗੱਲਾਂ ਕਰਦੀ ਸੀ। ਜਦੋਂ ਮੈਂ ਉਸ ਤੋਂ ਕੁਝ ਪੁੱਛਦੀ ਤਾਂ ਉਹ ਮੈਨੂੰ ਕਹਿੰਦੀ ਕਿ ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹਾਂ। ਉਸ ਦਾ ਪਤੀ ਵੀ ਉਸ ਨੂੰ ਕੁਝ ਨਹੀਂ ਕਹਿੰਦਾ ਸੀ। ਲੈਬੋਰੇਟਰੀ ਵਾਲੇ ਨੇ ਕਿਹਾ ਸੀ ਕਿ ਰਿਪੋਰਟ 2 ਦਿਨਾਂ ਬਾਅਦ ਆਵੇਗੀ। ਹੁਣ ਜਦੋਂ ਤੱਕ ਮੈਨੂੰ ਜੂਸ ਦੀ ਸੱਚਾਈ ਦਾ ਪਤਾ ਨਹੀਂ ਲੱਗਦਾ ਮੈਂ ਉਸ ਨੂੰ ਜੂਸ ਪੀਣ ਨਹੀਂ ਦੇ ਸਕਦੀ। ਇਸ ਲਈ ਮੈਂ ਅਗਲੇ ਦਿਨ ਵੀ ਉਸ ਦਾ ਜੂਸ ਦਾ ਗਲਾਸ ਬਦਲ ਦਿੱਤਾ। 2 ਦਿਨ ਬਾਅਦ ਰਿਪੋਰਟ ਲਈ ਫੋਨ ਆਇਆ। ਮੈਂ ਰਿਪੋਰਟ ਲੈਣ ਚਲੀ ਗਈ। ਮੈਂ ਉਸ ਨੂੰ ਪੁੱਛਿਆ ਕਿ ਰਿਪੋਰਟ ਵਿੱਚ ਕੀ ਆਇਆ। ਜੋ ਉਹਨਾਂ ਨੇ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਘਰ ਆ ਕੇ ਉਸ ਬੁੱਢੇ ਨੂੰ ਰਿਪੋਰਟ ਦਿੱਤੀ।
ਕਿ ਇਹ ਉਸ ਜੂਸ ਦਾ ਨਤੀਜਾ ਹੈ ਜੋ ਤੁਸੀਂ ਰੋਜ਼ ਪੀਂਦੇ ਹੋ। ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਉਹ ਵੀ ਤੁਹਾਡੀ ਆਪਣੀ ਮਰਜ਼ੀ ਨਾਲ। ਉਹ ਕੁੜੀਆਂ ਵਿੱਚ ਜ਼ਹਿਰ ਹੈ ਜਿਸ ਨੂੰ ਤੁਸੀਂ ਜੂਸ ਵਿੱਚ ਮਿਲਾ ਕੇ ਪੀਂਦੇ ਹੋ। ਡਾਕਟਰ ਨੇ ਇਹ ਵੀ ਦੱਸਿਆ ਸੀ ਕਿ ਉਸ ਜੂਸ ਵਿੱਚ ਤਾਕਤ ਦੀ ਦਵਾਈ ਮਿਲੀ ਹੁੰਦੀ ਹੈ, ਪਰ ਇਸ ਦੇ ਨਾਲ ਥੋੜਾ ਜਿਹਾ ਜ਼ਹਿਰ ਵੀ ਹੁੰਦਾ ਹੈ। ਮੈਨੂੰ ਇਹ ਬਹੁਤ ਅਜੀਬ ਲੱਗਾ। ਕਿਹੜਾ ਮਨੁੱਖ ਖੁਦ ਆਪਣੀ ਮਰਜ਼ੀ ਨਾਲ ਜ਼ਹਿਰ ਪੀ ਸਕਦਾ ਹੈ? ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਉਸ ਦੀ ਪਤਨੀ ਤਾਂ ਨਹੀਂ ਉਸ ਨੂੰ ਜ਼ਹਿਰ ਦੇ ਰਹੀ, ਕਿਉਂਕਿ ਅੱਜ ਕੱਲ੍ਹ ਉਸ ਦਾ ਰਵੱਈਆ ਵੀ ਠੀਕ ਨਹੀਂ ਲੱਗ ਰਿਹਾ ਸੀ। ਮੈਂ ਉਸ ਨੂੰ ਉਹੀ ਗੱਲ ਪੁੱਛੀ ਕਿ ਇਹ ਤੈਨੂੰ ਤੇਰੀ ਪਤਨੀ ਦਿੰਦੀ ਹੈ ਜਿਸ ਨੂੰ ਤੁਸੀਂ ਜੂਸ ਵਿੱਚ ਮਿਲਾ ਕੇ ਪੀਂਦੇ ਹੋ। ਤੁਹਾਡੀ ਪਤਨੀ ਤਾਂ ਤੁਹਾਨੂੰ ਮਾਰਨਾ ਨਹੀਂ ਚਾਹੁੰਦੀ ਤਾਂ ਜੋ ਤੁਹਾਡੀ ਸਾਰੀ ਦੌਲਤ ਉਸ ਦੇ ਨਾਮ ਹੋ ਜਾਵੇ। ਮੇਰੇ ਮਨ ਵਿੱਚ ਇਹੀ ਆ ਰਿਹਾ ਹੈ ਕਿਉਂਕਿ ਇਸ ਬਜ਼ੁਰਗ ਦੇ ਕੋਈ ਬੱਚਾ ਵੀ ਨਹੀਂ ਹੈ। ਇਸ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਦੌਲਤ ਮੇਰੀ ਮਤਰੇਈ ਧੀ ਦੀ ਹੋ ਜਾਂਦੀ। ਮੇਰੀ ਗੱਲ ਸੁਣ ਕੇ ਬਜ਼ੁਰਗ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਮੇਰੀ ਭੋਲੀ ਭਾਲੀ ਜਵਾਨ ਪਤਨੀ ਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਂ ਇਸ ਜ਼ਹਿਰ ਨੂੰ ਆਪਣੀ ਮਰਜ਼ੀ ਨਾਲ ਲੈ ਰਿਹਾ ਹਾਂ। ਮੈਨੂੰ ਪਤਾ ਹੈ ਕਿ ਮੈਂ ਕੀ ਕਰ ਰਿਹਾ ਹਾਂ। ਉਸ ਦੀ ਇਹ ਗੱਲ ਸੁਣ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ ਕਿ ਉਹ ਕਿਉਂ ਆਪਣੀ ਜਾਨ ਆਪਣੇ ਹੱਥੀਂ ਲੈਣਾ ਚਾਹੁੰਦਾ ਹੈ। ਕੋਈ ਪਾਗਲ ਆਦਮੀ ਅਜਿਹਾ ਕਰ ਸਕਦਾ ਹੈ। ਇੱਕ ਬੁੱਧੀਮਾਨ ਵਿਅਕਤੀ ਇਸ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ, ਤਾਂ ਉਸ ਨੇ ਕਿਹਾ ਕਿ ਜਦੋਂ ਤੁਸੀਂ ਇੰਨਾ ਕੁਝ ਪਤਾ ਲਗਾ ਲਿਆ ਹੈ ਤਾਂ ਇਸ ਗੱਲ ਦਾ ਆਪ ਹੀ ਪਤਾ ਲਗਾ ਕੇ ਇੱਥੋਂ ਚਲੇ ਜਾਓ, ਕਿਉਂਕਿ ਜੇਕਰ ਦੇਰ ਹੋ ਗਈ ਤਾਂ ਤੁਹਾਨੂੰ ਕੁਝ ਪਤਾ ਨਹੀਂ ਲੱਗੇਗਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਉਸ ਦੇ ਕਮਰੇ ਤੋਂ ਬਾਹਰ ਆ ਗਈ। ਮੈਨੂੰ ਉਸ ਦੀਆਂ ਗੱਲਾਂ ਬੇਤੁਕੀਆਂ ਅਤੇ ਅਜੀਬ ਲੱਗ ਰਹੀਆਂ ਸਨ। ਬੜੀ ਮੁਸ਼ਕਲ ਨਾਲ ਮੈਂ ਜੂਸ ਦਾ ਰਾਜ਼ ਪਤਾ ਕੀਤਾ ਸੀ। ਮੈਨੂੰ ਕਿਵੇਂ ਪਤਾ ਲੱਗੇਗਾ ਕਿ ਬੁੱਢਾ ਇਹ ਸਭ ਕਿਉਂ ਕਰ ਰਿਹਾ ਹੈ? ਇਹ ਬੁੱਢਾ ਮੈਨੂੰ ਆਮ ਨਹੀਂ ਲੱਗਦਾ ਸੀ। ਮੈਂ ਸੋਚਿਆ ਕਿ ਇਸ ਬੁੱਢੇ ਨੇ ਮੇਰੇ ਖਾਣੇ ਵਿੱਚ ਕੁਝ ਨਾ ਮਿਲਾ ਦਿੱਤਾ ਹੋਵੇ। ਇਸ ਲਈ ਅਗਲੇ ਹੀ ਦਿਨ ਮੈਂ ਡਾਕਟਰ ਕੋਲ ਚੈੱਕਅਪ ਲਈ ਗਈ। ਜਿੱਥੇ ਮੈਂ ਚੈੱਕਅਪ ਲਈ ਗਈ ਸੀ ਉੱਥੇ ਮੈਂ ਆਪਣੀ ਮਤਰੇਈ ਬੇਟੀ ਨੂੰ ਦੇਖਿਆ। ਜਦੋਂ ਮੈਂ ਉਸ ਕੋਲ ਜਾਣ ਲੱਗੀ ਤਾਂ ਉਹ ਉੱਥੋਂ ਗਾਇਬ ਹੋ ਗਈ। ਮੈਂ ਸੋਚਿਆ ਸ਼ਾਇਦ ਮੇਰੀਆਂ ਅੱਖਾਂ ਮੈਨੂੰ ਧੋਖਾ ਦੇ ਰਹੀਆਂ ਹੋਣਗੀਆਂ। ਮੇਰੀ ਧੀ ਇੱਥੇ ਆਖਿਰ ਕੀ ਕਰੇਗੀ? ਡਾਕਟਰੀ ਜਾਂਚ ਤੋਂ ਬਾਅਦ ਉਸਨੇ ਦੱਸਿਆ ਕਿ ਮੈਂ ਬਿਲਕੁਲ ਠੀਕ ਹਾਂ। ਮੈਂ ਰੱਬ ਦਾ ਸ਼ੁਕਰਾਨਾ ਕੀਤਾ। ਵੈਸੇ ਵੀ ਮੇਰੀ ਅਜੇ ਮਰਨ ਦੀ ਉਮਰ ਨਹੀਂ ਸੀ। ਮੈਂ ਸਿਰਫ 25 ਸਾਲਾਂ ਦੀ ਸੀ। ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ। ਆਪਣੇ ਪਤੀ ਤੋਂ ਬਦਲਾ ਲੈਣ ਲਈ ਮੈਂ ਪਹਿਲਾਂ ਹੀ ਉਸ ਦੀ ਧੀ ਨੂੰ ਫਸਾ ਦਿੱਤਾ ਸੀ। ਇਸ ਦੇ ਨਾਲ ਹੀ ਮੈਂ ਖੁਦ ਵੀ ਮੁਸੀਬਤ ਵਿੱਚ ਸੀ। ਰਸਤੇ ਵਿੱਚ ਮੈਂ ਫਿਰ ਆਪਣੀ ਮਤਰੇਈ ਧੀ ਨੂੰ ਦੇਖਿਆ। ਮੈਂ ਜਲਦੀ ਨਾਲ ਆਟੋ ਰੋਕਿਆ ਅਤੇ ਆਟੋ ਵਾਲੇ ਨੂੰ ਕਾਰ ਦੇ ਪਿੱਛੇ ਚੱਲਣ ਲਈ ਕਿਹਾ। ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਮੇਰੀ ਧੀ ਕਿੱਥੇ ਜਾ ਰਹੀ ਹੈ। ਜਦੋਂ ਮੈਂ ਉਸ ਦਾ ਪਿੱਛਾ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਉਹ ਉਸੇ ਹਸਪਤਾਲ ਜਾ ਰਹੀ ਹੈ ਜਿੱਥੋਂ ਮੈਂ ਆਪਣਾ ਚੈੱਕਅਪ ਕਰਵਾ ਕੇ ਆਈ ਸੀ। ਮੈਂ ਸਮਝ ਗਈ ਕੁਝ ਸਮਾਂ ਪਹਿਲਾਂ ਜੋ ਮੈਂ ਦੇਖਿਆ ਸੀ ਉਹ ਮੇਰੀਆਂ ਅੱਖਾਂ ਦਾ ਧੋਖਾ ਨਹੀਂ, ਮੇਰੀ ਧੀ ਸੀ। ਉਹ ਹਸਪਤਾਲ ਵਿੱਚ ਕੀ ਕਰਨ ਆਈ ਸੀ? ਉਸ ਨੂੰ ਵੀ ਆਪਣੇ ਪਤੀ ਦੀ ਸੱਚਾਈ ਦਾ ਪਤਾ ਤਾਂ ਨਹੀਂ ਲੱਗ ਗਿਆ? ਉਸ ਦੇ ਨਾਲ ਇੱਕ ਲੜਕਾ ਵੀ ਕਾਰ ਤੋਂ ਹੇਠਾਂ ਉਤਰਿਆ। ਪਹਿਲਾਂ ਤਾਂ ਮੈਂ ਉਸ ਲੜਕੇ ਨੂੰ ਪਛਾਣ ਨਹੀਂ ਸਕੀ, ਪਰ ਜਦੋਂ ਮੈਂ ਨੇੜਿਓਂ ਦੇਖਿਆ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ, ਕਿਉਂਕਿ ਉਹ ਲੜਕਾ ਹੋਰ ਕੋਈ ਨਹੀਂ ਸਗੋਂ ਉਸ ਦੇ ਪਤੀ ਦਾ ਭਤੀਜਾ ਸੀ। ਹੁਣ ਮੈਨੂੰ ਸਭ ਕੁਝ ਸਮਝ ਆ ਗਿਆ ਸੀ। ਹੋ ਨਾ ਹੋ ਇਹ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਅਤੇ ਇਸ ਬੁੱਢੇ ਨੂੰ ਇਸ ਬਾਰੇ ਪਤਾ ਲੱਗ ਗਿਆ ਹੋਵੇਗਾ। ਇਸੇ ਲਈ ਉਸ ਨੇ ਇਹ ਸਭ ਕੀਤਾ। ਮੈਂ ਉਹਨਾਂ ਦੋਹਾਂ ਦੇ ਪਿੱਛੇ ਪਿੱਛੇ ਚੱਲਦੀ ਰਹੀ ਅਤੇ ਲੁਕ ਛਿਪ ਕੇ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ। ਉਹ ਮੁੰਡਾ ਮੇਰੀ ਧੀ ਨੂੰ ਕਹਿ ਰਿਹਾ ਸੀ ਕਿ ਤੂੰ ਫਿਕਰ ਨਾ ਕਰ, ਮੈਂ ਤੁਹਾਨੂੰ ਕੁਝ ਨਹੀਂ ਹੋਣ ਦਿਆਂਗਾ। ਕੁਝ ਸਮੇਂ ਬਾਅਦ ਡਾਕਟਰ ਦੇ ਕੈਬਨ ਵਿੱਚੋਂ ਚੈੱਕਅਪ ਕਰਵਾਉਣ ਤੋਂ ਬਾਅਦ ਮੇਰੀ ਧੀ ਮੈਨੂੰ ਬਾਹਰ ਦੇਖ ਕੇ ਹੈਰਾਨ ਰਹਿ ਗਈ। ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਉਸਨੇ ਮੈਨੂੰ ਕਿਹਾ, ਮਾਂ ਤੁਸੀਂ ਇੱਥੇ ਹੋ? ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੀ ਹੋਇਆ, ਤੂੰ ਹਸਪਤਾਲ ਕਿਉਂ ਆਈ ਹੈ? ਤਾਂ ਉਸਨੇ ਮੈਨੂੰ ਕਿਹਾ ਕਿ ਮਾਂ ਮੈਨੂੰ ਖਤਰਨਾਕ ਬਿਮਾਰੀ ਹੋ ਗਈ ਹੈ। ਪਤਾ ਨਹੀਂ ਕਿੱਥੋਂ ਮੇਰੇ ਅੰਦਰ ਥੋੜਾ ਥੋੜਾ ਜ਼ਹਿਰ ਆ ਰਿਹਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜ਼ਹਿਰ ਮੇਰੇ ਅੰਦਰ ਕਿਵੇਂ ਆ ਰਿਹਾ ਹੈ। ਮੈਂ ਕਿਹਾ ਤੇਰੇ ਪਤੀ ਕਰਕੇ। ਉਸ ਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਉਹਨਾਂ ਨੂੰ ਧੋਖਾ ਦੇ ਰਹੇ ਹੋ। ਤੂੰ ਉਸ ਦੇ ਭਤੀਜੇ ਨਾਲ ਹੈ। ਉਹ ਇਹ ਜ਼ਹਿਰ ਖੁਦ ਵੀ ਪੀਂਦਾ ਹੈ ਅਤੇ ਤੁਹਾਨੂੰ ਵੀ ਦਿੰਦਾ ਹੈ। ਇਹ ਸਭ ਸੁਣ ਕੇ ਉਹ ਦੰਗ ਰਹਿ ਗਈ। ਉਸ ਨੂੰ ਸਮਝ
ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਪਤੀ ਨੂੰ ਇਸ ਸਭ ਬਾਰੇ ਕਿਵੇਂ ਪਤਾ ਲੱਗਾ। ਉਹ ਰੋਣ ਲੱਗ ਪਈ ਤੇ ਰੋਂਦੇ ਹੋਏ ਮੈਨੂੰ ਕਿਹਾ ਕਿ ਇਹ ਸਭ ਤੇਰੇ ਕਰਕੇ ਹੋਇਆ ਹੈ। ਮੈਂ ਜਦੋਂ ਤੋਂ ਅੱਖ ਖੋਲੀ ਤੁਹਾਨੂੰ ਹੀ ਦੇਖਿਆ ਸੀ ਤੇ ਤੁਹਾਨੂੰ ਹੀ ਮਾਂ ਮੰਨਿਆ ਸੀ। ਮੇਰੇ ਪਿਤਾ ਨੇ ਤੁਹਾਨੂੰ ਬੱਚੇ ਦੀ ਖੁਸ਼ੀ ਨਹੀਂ ਦਿੱਤੀ। ਤੁਸੀਂ ਇਸ ਦਾ ਬਦਲਾ ਮੇਰੇ ਤੋਂ ਲਿਆ। ਇਹ ਬਦਲਾ ਲੈਣ ਲਈ ਤੂੰ ਮੇਰਾ ਵਿਆਹ ਇੱਕ 80 ਸਾਲ ਦੇ ਬੁੱਢੇ ਨਾਲ ਕਰਵਾ ਦਿੱਤਾ, ਜੇ ਹਰ ਰੋਜ਼ ਮਰਦ ਸ਼ਕਤੀ ਦੀਆਂ ਦਵਾਈਆਂ ਖਾ ਕੇ ਆਪਣੇ ਆਪ ਨੂੰ ਜਵਾਨ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਮੈਂ ਤੁਹਾਡੇ ਕਹੇ ਤੇ ਉਸ ਨਾਲ ਵਿਆਹ ਕੀਤਾ ਅਤੇ ਤੁਹਾਨੂੰ ਕੁਝ ਨਹੀਂ ਕਿਹਾ, ਪਰ ਮੈਂ 16 ਸਾਲਾਂ ਦੀ ਲੜਕੀ ਸੀ। ਮੇਰੀਆਂ ਵੀ ਕੁਝ ਇੱਛਾਵਾਂ ਸਨ ਅਤੇ ਮੈਂ 1-2 ਵਾਰ ਆਪਣੇ ਪਤੀ ਤੇ ਭਤੀਜੇ ਨੂੰ ਮਿਲੀ ਅਤੇ ਉਹ ਮੈਨੂੰ ਮਿਲਿਆ। ਮੇਰੇ ਦਿਲ ਦੀਆਂ ਸੁੱਤੀਆਂ ਇੱਛਾਵਾਂ ਜਾਗ ਪਈਆਂ ਅਤੇ ਉਹ ਵੀ ਮੈਨੂੰ ਪਸੰਦ ਕਰਨ ਲੱਗਾ। ਅਸੀਂ ਦੋਵੇਂ ਇੱਕ ਦੂਜੇ ਨੂੰ ਮਿਲਣ ਲੱਗ ਪਏ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਤੀ ਨੂੰ ਸਭ ਕੁਝ ਪਤਾ ਲੱਗ ਜਾਵੇਗਾ। ਅੱਜ ਜਦੋਂ ਮੇਰੀ ਤਬੀਅਤ ਵਿਗੜ ਗਈ ਤਾਂ ਉਸਨੇ ਮੈਨੂੰ ਕਿਹਾ ਕਿ ਮੈਂ ਆਪਣੀ ਹਰ ਜਵਾਨ ਪਤਨੀ ਨੂੰ ਇਸੇ ਤਰ੍ਹਾਂ ਆਪਣੇ ਕੋਲ ਰੱਖਿਆ। ਉਹ ਵਿਚਾਰੀਆਂ ਤਾਂ ਜ਼ਹਿਰ ਖਾ ਕੇ ਹੌਲੀ-ਹੌਲੀ ਮਰ ਜਾਂਦੀਆਂ। ਮੇਰੇ ਸਰੀਰ ਨੂੰ ਇਸ ਜ਼ਹਿਰ ਦੀ ਆਦਤ ਪੈ ਗਈ ਹੈ, ਇਸ ਲਈ ਇਸ ਦਾ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ। ਹਸਪਤਾਲ ਵਿੱਚ ਜਾ ਕੇ ਆਪਣਾ ਚੈੱਕਅਪ ਕਰਵਾਓ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਇਆ ਹੈ। ਇਸੇ ਲਈ ਮੈਂ ਭੱਜ ਕੇ ਹਸਪਤਾਲ ਪਹੁੰਚੀ ਤੇ ਡਾਕਟਰ ਨੇ ਮੈਨੂੰ ਚੈੱਕ ਕੀਤਾ ਤੇ ਦੱਸਿਆ ਕਿ ਮੇਰੀਆਂ ਨਾੜਾਂ 'ਚ ਜ਼ਹਿਰ ਫੈਲ ਗਿਆ ਹੈ ਤੇ ਇਹ ਸਭ ਤੇਰੇ ਕਾਰਨ ਹੋਇਆ ਹੈ। ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹ ਕੁੜੀ ਸੱਚ ਬੋਲ ਰਹੀ ਸੀ। ਜੋ ਕੁਝ ਕੀਤਾ ਮੈਂ ਹੀ ਕੀਤਾ ਸੀ। ਮੈਂ ਆਪਣੇ ਪਤੀ ਤੋਂ ਬਦਲਾ ਲੈਣ ਲਈ ਉਸ ਦੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਮੈਨੂੰ ਕੀ ਪਤਾ ਸੀ ਕਿ ਇੱਕ 80 ਸਾਲ ਦਾ ਬੁੱਢਾ ਇੰਨਾ ਖਤਰਨਾਕ ਹੋਵੇਗਾ। ਉਸ ਨੇ ਆਪਣੀ ਪਤਨੀ ਨੂੰ ਆਪਣੇ ਨਾਲ ਰੱਖਣ ਲਈ ਅਜਿਹਾ ਖਤਰਨਾਕ ਕੰਮ ਕੀਤਾ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਅਤੇ ਮੈਨੂੰ ਆਪਣੇ ਕੀਤੇ ਦਾ ਪਛਤਾਵਾ ਵੀ ਹੋ ਰਿਹਾ ਸੀ। ਹੁਣ ਮੈਂ ਇਹ ਸਭ ਕੁਝ ਠੀਕ ਕਰਨਾ ਸੀ। ਮੈਂ ਆਪਣੀ ਧੀ ਨੂੰ ਕਿਹਾ, ਚਿੰਤਾ ਨਾ ਕਰ, ਮੈਂ ਸਭ ਕੁਝ ਠੀਕ ਕਰ ਦਿਆਂਗੀ। ਸਭ ਤੋਂ ਪਹਿਲਾਂ ਮੈਂ ਉਸ ਦਾ ਚੰਗੇ ਡਾਕਟਰ ਤੋਂ ਇਲਾਜ ਕਰਵਾਇਆ। ਸਾਨੂੰ ਸਮੇਂ ਸਿਰ ਇਸ ਜ਼ਹਿਰ ਬਾਰੇ ਪਤਾ ਲੱਗ ਗਿਆ ਸੀ, ਜਿਸ ਕਾਰਨ ਉਹ ਕੁਝ ਮਹੀਨਿਆਂ ਦੇ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਈ। ਉਸ ਦਾ ਇਲਾਜ ਹੋਣ ਤੱਕ ਉਹ ਆਪਣੇ ਪਤੀ ਤੋਂ ਦੂਰ ਰਹੀ। ਪਰਮਾਤਮਾ ਨੇ ਉਸ ਦੇ ਪਤੀ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਦਿੱਤੀ ਸੀ। ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ ਤੇ ਉਸ ਨੂੰ ਮੰਜੇ ਤੇ ਲੇਟਣਾ ਪਿਆ। ਉਹ ਕੁਝ ਦਿਨਾਂ ਹੀ ਜਿਉਂਦਾ ਰਿਹਾ ਅਤੇ ਫਿਰ ਉਸ ਦੀ ਮੌਤ ਹੋ ਗਈ। ਕਾਨੂੰਨ ਅਨੁਸਾਰ ਸਾਰੀ ਜਾਇਦਾਦ ਮੇਰੀ ਧੀ ਦੇ ਨਾਮ ਲੱਗ ਗਈ ਸੀ। ਕੁਝ ਦਿਨਾਂ ਬਾਅਦ ਮੈਂ ਆਪਣੀ ਧੀ ਦਾ ਵਿਆਹ ਉਸ ਦੀ ਪਸੰਦ ਦੇ ਲੜਕੇ ਨਾਲ ਕਰਵਾ ਦਿੱਤਾ। ਮੈਂ ਆਪਣੇ ਕੰਮਾਂ ਤੋਂ ਬਹੁਤ ਸ਼ਰਮਿੰਦਾ ਸੀ। ਮੈਂ ਆਪਣੀ ਧੀ ਤੋਂ ਮਾਫੀ ਮੰਗੀ ਅਤੇ ਉਸ ਨੇ ਮੈਨੂੰ ਮਾਫ ਕਰ ਦਿੱਤਾ। ਮੈਂ ਆਪਣੇ ਬਾਰੇ ਡਾਕਟਰ ਨਾਲ ਗੱਲ ਕੀਤੀ ਅਤੇ ਉਸਨੇ ਮੈਨੂੰ ਦੱਸਿਆ ਕਿ ਮੈਂ ਬਾਂਝ ਨਹੀਂ ਹਾਂ। ਸਿਰਫ ਦਵਾਈਆਂ ਲੈਣ ਕਾਰਨ ਮੈਂ ਪ੍ਰੈਗਨੈਂਟ ਨਹੀਂ ਹੋ ਰਹੀ ਸੀ। ਮੈਂ ਸਿਰਫ 25 ਸਾਲਾਂ ਦੀ ਸੀ। ਮੈਂ ਜਵਾਨ ਅਤੇ ਸੁੰਦਰ ਸੀ। ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੀ ਹਾਂ। ਮੈਂ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਇੱਕ ਸੁੰਦਰ ਅਤੇ ਚੰਗੇ ਲੜਕੇ ਨਾਲ ਵਿਆਹ ਕਰਵਾ ਲਿਆ। ਅੱਜ ਮੈਂ ਆਪਣੇ ਪਤੀ ਅਤੇ ਆਪਣੇ ਬੱਚਿਆਂ ਨਾਲ ਬਹੁਤ ਖੁਸ਼ ਸੀ। ਮੇਰੀ ਮਤਰੇਈ ਧੀ ਵੀ ਆਪਣੇ ਪਤੀ ਨਾਲ ਬਹੁਤ ਖੁਸ਼ ਹੈ। ਇਸ ਮੌਕੇ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਆਪਣੀ ਬੇਟੀ ਤੋਂ ਮਾਫੀ ਮੰਗੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।